वाहिगुरू जी का खालसा वाहिगुरू जी की फतेह। थोड़े जे आप सीरीयस होइए फिर बहुत सरदार गुरतेज सिंह फिर गुरदर्शन सिंह जी बहुत वधिया ਤੁਹਾਨੂੰ ਜਿਹੜਾ ਬਰਮੀ ਮਾਰੀ ਸਾਪ ਨਾ ਮੂਆ। ਅਸੀਂ ਅਜੇ ਬਰਮੀ ਮਾਰ ਰਹੇ ਸੀ ਪਹਿਲਾਂ ਉਹ ਨਹੀਂ ਕਿਹਾ ਲੇਕਿਨ ਉਹ ਥੋੜਾ ਮੇਨ ਸੱਪ ਵੱਲ ਵੀ ਦੇਖੋ ਔਰ ਇੱਥੇ ਤਾਂ ਕਈ ਸੱਪ ਹੈ। ਵੈਸੇ ਮੈਨੂੰ ਇੱਕ ਪਹਿਲਾਂ ਮੈਂ ਇਨਸੀਡੈਂਟ ਦਾ ਜ਼ਿਕਰ ਕਰਨਾ ਚਾਹਾਂਗਾ। ਅੱਜ ਤੋਂ 12 ਕੁ ਸਾਲ ਪਹਿਲਾਂ ਦੀ ਸ਼ਾਇਦ ਗੱਲ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਪਟਿਆਲੇ ਜੇਲ੍ਹ 'ਚ ਅੰਦਰ ਕਰ ਦਿੱਤਾ। ਉਹ ਦਿਨੇ ਦਾ ਇਕੱਠੇ ਹੀ ਰੱਖਦੇ ਆ, ਤੁਹਾਨੂੰ ਪਤਾ ਰਾਤ ਨੂੰ ਫਿਰ ਅਲੱਗ-ਅਲੱਗ ਬੰਦੀ ਹੁੰਦੀ ਹੈ। ਬਾਦਲ ਸਾਹਿਬ ਤਾਂ ਅੱਗੇ ਵੀ ਜੇਲ੍ਹ 'ਚ ਗਏ ਸੀ ਪਰ ਪੋਤੋਂ ਨਹੀਂ ਬਹੁਤ ਦੁੱਧ ਮੱਖਣਾ ਨਾਲ ਪਾਲਿਆ ਸੀ ਤੇ ਉਹਨੂੰ ਸਿਰਫ ਰਾਜ ਲਈ ਤਿਆਰ ਕੀਤਾ ਉਹਨੇ। ਫਿਰ ਉੱਥੇ ਇਹ ਛਮ-ਛਮ ਰੋਏ। ਦੂਜੇ ਦਿਨ ਅਖਬਾਰਾਂ 'ਚ ਵੀ ਆਇਆ। ਫਿਰ ਅਖਬਾਰਾਂ ਇਸ਼ਤਿਹਾਰ ਵੀ ਬਹੁਤ ਬੜੇ ਸਾਰੇ ਪੰਥ 'ਚ ਉਬਾਲ ਆ ਗਿਆ। ਆਪ ਤੋਂ ਜਰੇ ਮਰੇ ਸਿੱਧ ਪਾਈਏ ਲੀਨਾ ਹਾਸ ਦੌਰਾ ਇਹ ਇਸ਼ਤਿਹਾਰ ਦੇ ਉੱਪਰ ਲਿਖਿਆ ਆਇਆ ਸੀ ਵੀ ਹੁਣ ਇਹ ਪੰਥ ਦੇ ਬਹੁਤ ਖਤਰੇ 'ਚ ਔਰ ਸ਼ਹੀਦੀ ਫਲਾਨਾ ਪਤਾ ਨਹੀਂ ਕੀ ਜਥੇ ਪਾ ਕੇ ਤੁਰੇ। ਉਹਨਾਂ ਨੂੰ ਰਿਹਾ 2-4 ਦਿਨ ਬਾਅਦ ਛੱਡ ਦਿੱਤਾ ਗਿਆ। ਉਦੋਂ ਭਾਈ ਗਜਿੰਦਰ ਸਿੰਘ ਨੇ ਇੱਕ ਬਹੁਤ ਵਧੀਆ ਲੇਖ ਲਿਖਿਆ ਸੀ, ਉਹ ਸਾਡੇ ਸਾਰਿਆਂ ਦੇ ਵਿਚਾਰ ਹੈ। ਉਹ ਕਹਿੰਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਭਈ ਤੁਸੀਂ ਤਾਂ ਆਪਣੀ ਕਰਪਸ਼ਨ ਦੇ ਜਾਂ ਨਿੱਜੀ ਕੇਸ 'ਚ ਅੰਦਰ ਗਿਆ ਸੀ, ਤੁਹਾਡਾ ਬੇਟਾ ਇੱਦਾਂ ਤੁਹਾਡੇ ਅਥਰੂ ਆ ਗਿਆ। ਕਦੀ ਉਹਨਾਂ ਬਜ਼ੁਰਗਾਂ ਮਾਵਾਂ ਪਿਤਾ ਬਾਰੇ ਵੀ ਸੋਚੋ ਜਿਨ੍ਹਾਂ ਦੇ ਬੱਚੇ ਗਿਆ ਘਰ ਮੁੜਨ ਦੀ ਆਸ ਹੀ ਨਹੀਂ ਔਰ ਉਹ ਰੂਹਾਂ 'ਤੇ ਬੈਠੇ ਦਰਵਾਜ਼ਿਆਂ 'ਤੇ ਬੈਠੇ ਉਹਨਾਂ ਦੇ ਹੰਝੂ ਵੀ ਸੁੱਕ ਗਏ। ਉਹਨਾਂ ਬਾਰੇ ਤੁਹਾਨੂੰ ਕੋਈ ਯਾਦ ਹੀ ਨਹੀਂ ਔਰ ਉਹ ਪੰਥ ਹਿੱਤਾਂ ਲਈ ਪੰਥ ਕਾਰਜਾਂ ਲਈ ਘਰੋਂ ਨਿਕਲੇ ਸੀ। ਉਹਨਾਂ ਬਹੁਤੇ ਪੇਰੈਂਟਸ ਨੂੰ ਇਹ ਵੀ ਨਹੀਂ ਪਤਾ ਵੀ ਸਾਡੇ ਬੱਚੇ ਜਿਉਂਦੇ ਹੈ ਸ਼ਹੀਦ ਹੋ ਗਏ ਜਾਂ ਜੇਲ੍ਹਾਂ 'ਚ ਹੈ ਜਾਂ ਕਚਹਿਰੀਆਂ ਦੇ ਚੱਕਰ ਕੱਟਦੇ ਜਿਹੜਾ ਕਹਿੰਦੇ ਰੁੱਖ ਮਨੁੱਖ ਜਿਹੜੇ ਉਹ ਰੁੱਖ ਬਣ ਗਏ। ਸੋ ਉਹਨਾਂ ਬਾਰੇ ਵੀ ਕਦੀ ਸੋਚਿਆ ਕਰੋ। ਪਰ ਇਹ ਪੰਥ ਰਤਨ ਇਹਨੂੰ ਇਹ ਨਹੀਂ, ਇਹਨੂੰ ਆਪਣੇ ਬੱਚੇ ਲਈ ਤਾਂ ਇਹਦੇ ਅੰਸੂ ਆਏ ਆ। ਉਹਨਾਂ ਦੇ ਜਿਹੜਾ ਪੰਥ ਰਤਨ ਹੈ ਕੌਮ ਦੀ ਨੁਮਾਇੰਦਗੀ ਕਰਨ ਦੀ ਗੱਲ ਕਰਦਾ ਹੈ। ਭਾਈ ਸਾਹਿਬ ਨੇ ਕਿਹਾ ਪੰਜਾਬੀ ਪਾਰਟੀ ਪਰ ਨਾਮ ਸ਼੍ਰੋਮਣੀ ਅਕਾਲੀ ਦਲ ਹੀ ਹੈ, ਸਭ ਕੁਝ ਪੰਥ ਦੀ ਬਾਗਡੋਰ ਉਹਨਾਂ ਦੇ ਹੱਥ 'ਚ ਹੀ ਹੈ ਜਿਹੜਾ ਕੰਟਰੋਲ। ਬੈਠ ਜਾਓ ਹੁਣ ਤੁਸੀਂ। ਸੋ ਫਖਰੇ ਕੌਮ ਜਾਂ ਭਾਜੀ ਦੱਸੀ ਭਈ ਉਹ ਜਿਹੜੇ ਹੈ ਉਹਨੇ ਬਹੁਤ ਸੋਹਣਾ ਉਹ ਲੇਖ ਸੀ। ਦੂਸਰੀ ਗੱਲ ਇਹ ਹੈ ਵੀ ਅਸੀਂ ਇਨਸਾਫ ਬਿਲਕੁਲ ਅਸੀਂ ਇੱਕ ਗਲਤ ਆਸ ਲਾਏ ਬੈਠੇ। ਸਾਨੂੰ ਅਜੇ ਤੱਕ ਕਲੀਅਰ ਹੀ ਨਹੀਂ ਹੋਇਆ ਵੀ ਇੱਥੋਂ ਇਨਸਾਫ ਨਹੀਂ ਮਿਲਣਾ। ਇੱਕ ਇਹ ਸਿਸਟਮ ਹੈ ਜਿਹੜੀ ਸਾਡੀ ਰੂਲਿੰਗ ਕਲਾਸ ਹੈ ਜਿਹਦੇ 'ਚ ਜੇ ਮੁੱਖ ਦੋ ਪਾਰਟੀਆਂ ਵੀ ਲਾ ਲਈਏ। ਜਿਹੜੀ ਗਵਾਲਕਰ ਆ ਉਹ ਕਹਿੰਦਾ ਹੈ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਜਾਂ ਤਾਂ ਆਪਣੀ ਹੋਂਦ ਮਿਟਾ ਕੇ ਬਹੁ ਗਿਣਤੀ ਦੇ ਵਿੱਚ ਸ਼ਾਮਲ ਹੋ ਜਾਣ, ਨਹੀਂ ਤਾਂ ਕਿਸੇ ਬਰਾਬਰੀ ਇਨਸਾਫ ਦੀ ਆਸ ਨਾ ਰੱਖਣ ਔਰ ਤਿਰਸਕਾਰ ਭਰਿਆ ਜੀਵਨ ਜਿਉਣ ਲਈ ਤਿਆਰ ਰਹਿਣ। ਸੋ ਕਿਉਂ ਨਹੀਂ ਤੁਸੀਂ ਤਿਰਸਕਾਰ ਭਰਿਆ ਜੀਵਨ ਜਿਉਣ ਲਈ ਤਿਆਰ ਰਹਿੰਦੇ ਇਸ ਸਿਸਟਮ ਦੇ ਵਿੱਚ। ਔਰ ਜਿਹੜਾ ਇੰਡੀਆ ਦੇ ਇੱਕ ਵਾਰੀ ਚੀਫ ਜਸਟਿਸ ਨੇ ਕਿਹਾ ਸੀ ਵੈਂਕਟ ਚਲਈਆ ਨੇ, ਕਹਿੰਦਾ ਇੱਥੇ ਲਾ ਸਿਸਟਮ ਇੱਦਾਂ ਕੰਮ ਕਰਦਾ ਹੈ ਯੂ ਸ਼ੋ ਮੀ ਦਾ ਮੈਨ ਆਈ ਵਿਲ ਟੈਲ ਯੂ ਦਾ ਲਾ। ਮੈਨੂੰ ਬੰਦਾ ਦੱਸੋ ਫਿਰ ਮੈਂ ਤੁਹਾਨੂੰ ਧਾਰਾ ਦੱਸਦਾ। ਇੱਦਾਂ ਹੀ ਥਾਣਿਆਂ 'ਚ ਹੁੰਦਾ ਆਪਣੇ ਨਾਲ, ਪਰ ਮੈਂ ਇਹਨੂੰ ਠੀਕ ਕਰਨਾ ਚਾਹੁੰਦਾ। ਇੱਦਾਂ ਵੀ ਨਹੀਂ ਹੁੰਦਾ। ਇੱਥੇ ਲਾ ਸਿਸਟਮ ਜਿਹੜਾ ਹਾਇਰ ਲੈਵਲ 'ਤੇ ਉਹ ਇੱਦਾਂ ਕੰਮ ਕਰਦਾ। ਤੁਸੀਂ ਵਿਅਕਤੀ ਦੀ ਕੌਮੀਅਤ ਦੱਸੋ, ਧਰਮ ਦੱਸੋ, ਫਿਰ ਅਸੀਂ ਧਾਰਾ ਦੱਸਾਂਗੇ। ਉਸ ਹਿਸਾਬ ਨਾਲ ਧਾਰਾ ਲਾਈਆਂ ਜਾਂਦੀਆਂ। ਔਰ ਮੈਂ ਇਹਦੀ ਰੀਸੈਂਟ ਉਦਾਹਰਣ ਦਿੰਦਾ। ਗੁਜਰਾਤ ਦੇ ਵਿੱਚ ਦੰਗੇ ਹੋਏ 2002 'ਚ। ਨਰੋਡਾ ਦੇ ਵਿੱਚ ਉਹਨੂੰ ਇੱਕ ਲੀਡ ਕਰ ਰਹੀ ਸੀ ਲੇਡੀ, ਉਹਦਾ ਨਾਂ ਹੈ ਮਾਇਆ ਕੋਡਨਾਨੀ। ਉਹਨੇ ਗਵਾਹ ਵਿਟਨੈਸ ਦੇ ਅਨੁਸਾਰ 95 ਵਿਅਕਤੀ ਮਾਰੇ ਜਿਨ੍ਹਾਂ 'ਚ 30 ਆਦਮੀ ਸੀ, 32 ਔਰਤਾਂ ਸੀ, 33 ਬੱਚੇ ਸੀ। ਔਰ ਉਹਨੇ ਕਿਉਂਕਿ ਜਿਸ ਤਰ੍ਹਾਂ ਕਹਿੰਦੀ ਹੈ ਲੇਡੀ, ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਉਹ ਕਹਿੰਦੀ ਹੈ ਕਿ ਜੇ ਭਾਰਤ ਦੇ ਵਿੱਚ ਘੱਟ ਗਿਣਤੀ ਦਾ ਬੰਦਾ ਮਾਰਿਆ ਜਾਵੇ ਤਾਂ ਦੇਸ਼ ਦੀ ਏਕਤਾ ਅਖੰਡਤਾ ਮਜ਼ਬੂਤ ਹੁੰਦੀ ਹੈ। ਜੇ ਬਹੁ ਗਿਣਤੀ ਦਾ ਬੰਦਾ ਮਾਰਿਆ ਜਾਵੇ ਤਾਂ ਦੇਸ਼ ਦੀ ਏਕਤਾ ਅਖੰਡਤਾ ਖਤਰੇ 'ਚ ਪੈ ਜਾਂਦੀ ਹੈ। ਅਰੁੰਧਤੀ ਰਾਏ ਕਹਿੰਦੀ ਹੈ। ਸੋ ਕਿਉਂਕਿ ਘੱਟ ਗਿਣਤੀ ਦੇ ਮੁਸਲਮਾਨ ਵਿਅਕਤੀ ਮਾਰੇ ਗਏ ਸੀ, ਦੇਸ਼ ਦੀ ਏਕਤਾ ਅਖੰਡਤਾ 'ਚ ਉਹਨੇ ਬਹੁਤ ਵੱਡਾ ਯੋਗ ਪਾਇਆ ਸੀ। ਮਾਇਆ ਕੋਡਨਾਨੀ ਸ਼ੀ ਵਾਜ਼ ਸੁਟੇਬਲੀ ਰਿਵਾਰਡਡ, ਉਹਨੂੰ ਇਨਾਮ ਮਿਲਿਆ। ਉਹ 2007 ਦੇ ਵਿੱਚ ਮੋਦੀ ਦੀ ਮਿਨਿਸਟਰੀ ਦੇ ਵਿੱਚ ਉਹਨੂੰ ਵਿਮਨ ਐਂਡ ਚਿਲਡਰਨ ਵੈਲਫੇਅਰ ਮਿਨਿਸਟਰ ਬਣਾਇਆ ਗਿਆ ਵੀ ਤੂੰ ਬੱਚਿਆਂ ਤੇ ਔਰਤਾਂ ਦੀ ਹੋਰ ਸੇਵਾ ਕਰ। 2007 ਦੇ ਵਿੱਚ
ਲੇਕਿਨ ਉਹ ਮੁਕੱਦਮਾ ਵੀ ਪਿੱਛੇ CBI ਦਾ ਟਰੈਕ ਹੋ ਰਿਹਾ ਸੀ। 2009 ਦੇ ਵਿੱਚ ਉਸ ਲੇਡੀ ਨੂੰ 28 ਸਾਲ ਦੀ ਕੈਦ ਹੋਈ। 2009 ਦੇ ਵਿੱਚ ਉਹਨੂੰ 28 ਸਾਲ ਦੀ ਕੈਦ ਹੋਈ। ਅੱਜ ਉਹ ਲੇਡੀ ਪੈਰੋਲ ਤੇ ਬਾਹਰ ਹੈ। 95 ਉਹਨੇ ਬੰਦੇ ਮਾਰੇ ਸੀ, ਪਰ ਉਹਨੇ ਦੇਸ਼ ਦੀ ਏਕਤਾ ਅਖੰਡਤਾ ਨੂੰ ਮਜ਼ਬੂਤ ਕੀਤਾ ਸੀ। ਉਹ 95 ਇਸ ਦੇਸ਼ ਦੀ ਏਕਤਾ ਅਖੰਡਤਾ ਇੱਦਾਂ ਮਜ਼ਬੂਤ ਹੁੰਦੀ ਹੈ। ਉਸ ਦੇਸ਼ 'ਚੋਂ ਤੁਸੀਂ ਨਿਆਂ ਭਾਲਦੇ ਆ। ਦੂਸਰੇ ਪਾਸੇ ਇੱਕ ਚਾਨੂ ਸ਼ਰਮੀਲਾ, ਸਾਨੂੰ ਡਰ ਹੈ ਭਾਈ ਸਾਹਿਬ ਦਾ ਵੀ ਇਹੀ ਹਾਲ ਕਰਨਾ ਹੈ ਉਹਨੇ। ਚਾਨੂ ਸ਼ਰਮੀਲਾ ਨਵੰਬਰ 2000 ਤੋਂ ਮਰਨ ਵਰਤ ਤੇ ਹੈ। ਉਹਦਾ ਕੀ ਕਸੂਰ ਹੈ? ਉਹਨੇ ਕਿਹਾ ਸੀ ਜਿਹੜਾ ਆਰਮਡ ਫੋਰਸਸ ਸਪੈਸ਼ਲ ਪਾਵਰਸ ਐਕਟ ਹੈ, ਫੌਜ ਕਿਸੇ ਨੂੰ ਵੀ ਬਿਨਾਂ ਪੁੱਛੇ ਗੋਲੀ ਮਾਰ ਸਕਦੀ ਹੈ, ਉਹਨੂੰ ਰਿਪੀਲ ਕਰੋ ਨਾਗਾਲੈਂਡ ਦੇ ਵਿੱਚੋਂ। ਉਹਦੇ ਸਾਹਮਣੇ 10 ਬੰਦੇ ਮਾਰ ਦਿੱਤੇ, ਉਹ ਸਾਰੇ ਨਜਾਇਜ਼ ਸੀ ਫੌਜ ਨੇ। ਲੇਕਿਨ ਕਹਿੰਦੇ ਨਹੀਂ, ਇਹਦੇ ਨਾਲ ਦੇਸ਼ ਦੀ ਏਕਤਾ ਅਖੰਡਤਾ, ਸਾਡੀ ਜਿਹੜੀਆਂ ਫੋਰਸਸ ਆ ਉਹਨਾਂ ਦਾ ਹੌਸਲਾ ਮੋਰਲ ਡਾਊਨ ਹੁੰਦਾ, ਇਹਨਾਂ ਨੂੰ ਇੱਦਾਂ ਹੀ ਅਧਿਕਾਰ ਦੇਣੇ ਆ। ਉਹ ਵਾਪਸ ਨਹੀਂ ਲਿਆ ਗਿਆ ਔਰ ਉਦੋਂ ਤੋਂ ਵਰਤਦੇ ਆ। ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ, ਉਹਦੇ ਤੇ ਮੁਕੱਦਮਾ ਚਲਾਇਆ ਹੈ, ਸੁਸਾਈਡ ਅਟੈਂਪਟ ਟੂ ਸੁਸਾਈਡ। ਔਰ ਉਹ ਕਹਿੰਦੀ, ਉਹਨੇ ਜੱਜ ਨੂੰ ਕਿਹਾ, ਮੈਂ ਕਹਿੰਦੀ ਕਦੋਂ ਮਰਨਾ ਚਾਹੁੰਦੀ ਹੈ, ਮੈਂ ਤਾਂ ਇਨਸਾਫ ਤੇ ਪੀਸ ਚਾਹੁੰਦੀ ਹੈ। ਲੇਕਿਨ ਉਹ ਇੱਕ ਘੱਟ ਗਿਣਤੀ ਨਾਲ ਬਿਲੋਂਗ ਕਰਦੀ ਹੈ, ਉਹਦੀ ਕੋਈ ਸੁਣਵਾਈ ਨਹੀਂ ਹੋਈ। ਸੋ ਇੱਥੇ ਔਰ ਜਿਸ ਤਰ੍ਹਾਂ ਭਾਈ ਸਾਹਿਬ ਜਸਪਾਲ ਸਿੰਘ ਦੀ ਗੱਲ ਕਰਕੇ ਗਏ ਆ, ਉੱਥੇ ਹਿੰਦੂ ਏਕਤਾ ਦੀ ਵੀ ਗੱਲ ਆਉਂਦੀ ਹੈ। ਔਰ ਇੱਕ ਵਾਰੀ ਪਿਛਲੀ ਸਾਡੀ ਸਭਾ 'ਚ ਭਾਜੀ ਨਵਕਰਨ ਸਿੰਘ ਨੇ ਕਿਹਾ ਸੀ ਕਿ ਗਵਾਹ ਮੁੱਕਰ ਗਏ। ਤੁਸੀਂ ਉਹ ਬੱਬੇ ਹਾਲੀ ਦੀ ਵੀਡੀਓ ਦੇਖੀ ਕਿਸੇ ਨੇ? ਉਹ ਜਸਪਾਲ ਸਿੰਘ ਕਿਉਂ ਮਾਰਿਆ ਗਿਆ? ਇੱਕ ਦਿਨ ਪਹਿਲਾਂ ਜਦੋਂ ਬੱਚਿਆਂ ਦਾ ਮਾਰਚ ਕੱਢਿਆ, ਉਹਨੇ ਬੜਾ ਪੀਸਫੁਲ ਕੇਸਰੀ, ਤੁਸੀਂ ਸਾਰਿਆਂ ਨੇ ਜਿਹੜੇ YouTube ਤੇ ਦੇਖੀ ਹੈ, ਉਹਦੇ ਕੇਸਰੀ ਦਸਤਾਰ ਲਾ ਕੇ ਸ਼ਿਵ ਸੈਨਾ ਵਾਲਿਆਂ ਨੇ ਥੱਲੇ ਅੱਗ ਲਾਈ, ਉਹਦੇ ਉੱਤੇ ਨਹੀਂ ਭੰਗੜੇ ਪਾਏ, ਚੀਕਾਂ ਮਾਰੀਆਂ, ਉਹ ਸਾਰਿਆਂ ਨੇ ਆਪਾਂ ਦੇਖੀ ਹੈ। ਦੂਜੇ ਦਿਨ ਉਹ ਬੱਚੇ ਦਸਤਾਰ ਲੈਣ ਹੀ ਗਏ ਸੀ, ਹੋਰ ਤਾਂ ਕੁਛ ਨਹੀਂ ਸੀ। ਉਹਨਾਂ ਨੂੰ ਉੱਥੇ ਪੁਲਿਸ ਨੇ ਜਿੱਦਾਂ ਲੱਭ ਕੇ ਗੋਲੀਆਂ ਮਾਰੀਆਂ, ਉਹ ਸਾਰਿਆਂ ਨੇ ਤੁਸੀਂ ਦੇਖੀ ਹੈ ਵੀਡੀਓ ਫਿਲਮਸ। ਔਰ ਫਿਰ ਜਿਹੜੀ ਸ਼ਰਮ ਦੀ ਹੱਦ ਆ ਜਿਹੜੀ ਪੰਜਾਬੀ ਪਾਰਟੀ ਦੀ, ਬੱਬੇ ਹਾਲੀ ਤੁਸੀਂ ਦੇਖਿਆ ਹੋਣਾ, ਮੈਂ ਨਾਂ ਲੈ ਕੇ ਕਹਿਣਾ, ਮੈਨੂੰ ਕਹਿ ਦਿੰਦੇ ਆ ਕਿ ਤੂੰ ਅਨਪਾਰਲੀਮੈਂਟਰੀ ਲੈਂਗੁਏਜ ਨਾ ਬੋਲਿਆ ਕਰ। ਬੱਬੇ ਹਾਲੀ ਗੱਬੇ ਬੈਠ ਕੇ, ਔਰ ਜਿਹਨਾਂ ਬੱਚਿਆਂ ਦੀ ਪੱਗ ਲਾਈ ਸੀ ਉਹਨਾਂ ਨੇ ਮੁਕੱਦਮਾ ਉਹਨਾਂ ਵੱਲੋਂ ਹੋਇਆ, ਉਹਨਾਂ ਨੂੰ ਮੁਕਰਾਇਆ ਗਿਆ, ਕੇਸ ਵਾਪਸ ਲਿਆ ਗਿਆ। ਔਰ ਉਹ ਬੱਚੇ ਕੀ ਕਹਿ ਰਹੇ ਆ? ਬਹੁਤ ਛੋਟੇ ਛੋਟੇ ਆ, ਅਸੀਂ ਚਾਹੁੰਦੇ ਆ ਜੀ ਅਮਨ ਸ਼ਾਂਤੀ ਰਹੇ, ਦੇਸ਼ 'ਚ ਏਕਤਾ ਬਣੀ ਰਹੇ, ਸਾਡਾ ਭਾਈਚਾਰਾ ਬਣਿਆ ਰਹੇ, ਇਸ ਲਈ ਅਸੀਂ ਕੇਸ ਵਾਪਸ ਲੈਂਦੇ ਆ। ਸਿੱਖੋ, ਜੇ ਤੁਸੀਂ ਭਾਈਚਾਰਾ ਬਣਾਈ ਰੱਖਣਾ ਹੈ, ਸ਼ਾਂਤੀ ਰੱਖਣੀ ਹੈ, ਮਾਹੌਲ ਠੀਕ ਰੱਖਣਾ ਹੈ, ਇੱਦਾਂ ਹੀ ਆਪਣੀਆਂ ਪੱਗਾਂ ਲਹਾਓ, ਇੱਦਾਂ ਹੀ ਉਹਨਾਂ ਦੇ ਪੈਰਾਂ ਥੱਲੇ ਲਤੜਵਾਓ, ਇੱਦਾਂ ਹੀ ਅੱਗਾ ਲਵਾਓ, ਇੱਦਾਂ ਹੀ ਸ਼ਾਂਤੀ ਬਹਾਲ ਰੱਖਣੀ ਹੈ। ਕਿਉਂਕਿ ਇਸ ਮੁਲਕ ਦੇ ਵਿੱਚ ਸ਼ਾਂਤੀ ਬਹਾਲ ਰੱਖਣ ਦਾ, ਏਕਤਾ ਅਖੰਡਤਾ ਬਣਾਈ ਰੱਖਣ ਦਾ, ਭਾਈਚਾਰਾ ਬਹਾਲ ਰੱਖਣ ਦਾ, ਲਾਅ ਐਂਡ ਆਰਡਰ ਨਾ ਵਿਗੜਨ ਦੀ ਜ਼ਿੰਮੇਵਾਰੀ ਹੈ ਕੇਵਲ ਤੇ ਕੇਵਲ ਘੱਟ ਗਿਣਤੀ ਤੇ ਹੈ, ਬਹੁ ਗਿਣਤੀ ਤੇ ਕੋਈ ਨਹੀਂ। ਸੋ ਤੁਹਾਡੀ ਇਹ ਜ਼ਿੰਮੇਵਾਰੀ ਹੈ, ਜੇ ਵਿਗੜਦੀ ਆ ਤੁਸੀਂ ਰਿਸਪੌਂਸੀਬਲ ਹੁੰਦੇ ਆ। ਇਸ ਤਰ੍ਹਾਂ ਉੱਥੇ ਕੀਤਾ ਗਿਆ। ਲੇਕਿਨ ਆਪਣੇ ਵੀ ਜਿਹੜੇ ਸਾਡੇ ਆ ਉਹਨਾਂ ਦੀ ਵੀ ਚੁੱਪੀ। ਔਰ ਪਿੱਛੇ ਹੀ ਗੁਰੂ ਤੇਗ ਬਹਾਦਰ ਜੀ ਦਾ ਅਸੀਂ ਸ਼ਹੀਦੀ ਦਿਹਾੜਾ ਮਨਾਇਆ, ਉੱਥੇ ਇੱਕੋ ਹੀ ਮੈਸੇਜ ਜਾਂਦਾ ਹੈ ਨਾ ਕਿ ਗੁਰੂ ਮਹਾਰਾਜ ਨੇ ਕਿਹਾ ਵਿਚਾਰਾਂ ਦੀ ਖੁੱਲ੍ਹ ਹੋਣੀ ਚਾਹੀਦੀ ਹੈ, ਕਿਸੇ ਤੇ ਜ਼ਿਆਦਤੀ ਨਹੀਂ ਹੋਈ ਜਾਣੀ ਚਾਹੀਦੀ। ਅਸੀਂ ਗੁਰੂ ਤੇਗ ਬਹਾਦਰ ਜੀ ਦੇ ਪੈਰੋਕਾਰ ਹੈ, ਸਾਨੂੰ ਉਹਨਾਂ ਦਾ ਤਾਂ ਕਹਿਣਾ ਮੰਨਣਾ ਚਾਹੀਦਾ ਹੈ। ਅਸੀਂ ਕੀ ਕਰਦੇ ਹਾਂ? ਭਾਰਤ ਦੇ ਵਿੱਚ ਕਾਂਗਰਸ ਨੇ ਜੋ ਕਤਲੇਆਮ ਕੀਤਾ ਹੈ ਉਹ ਤੁਹਾਡੇ ਤੋਂ ਕਿਉਂ ਗੁੱਝਾ ਨਹੀਂ? BJP ਨੇ ਜਿਸ ਤਰ੍ਹਾਂ ਮਸਜਿਦਾਂ ਢਾਈਆਂ ਹੈ, ਜਿਸ ਤਰ੍ਹਾਂ ਮੁਸਲਮਾਨਾਂ ਦਾ ਘੱਟ ਗਿਣਤੀਆਂ ਦਾ ਕਤਲੇਆਮ ਕੀਤਾ, ਔਰ ਤੁਹਾਡਾ ਜਿਸ ਤਰ੍ਹਾਂ ਇੱਕ ਬੌਧਿਕ ਜਿਨੋਸਾਈਡ, ਬੌਧਿਕ ਤੁਹਾਡੀ ਨਸਲਕੁਸ਼ੀ ਹੋ ਰਹੀ ਹੈ, ਤੁਹਾਨੂੰ ਪਤਾ ਹੀ ਨਹੀਂ ਹੈ, ਬੌਧਿਕ ਨਸਲਕੁਸ਼ੀ ਹੋ ਰਹੀ ਹੈ। ਮੁਸਲਿਮਸ ਦਾ ਉੜੀਸਾ ਦੇ ਵਿੱਚ ਕ੍ਰਿਸਚਨਸ ਮਾਰੇ ਹੈ। ਔਰੰਗਜ਼ੇਬ ਦੇ ਜ਼ੁਲਮ ਤੋਂ ਬਹੁਤ ਘੱਟ ਸੀ, ਔਰੰਗਜ਼ੇਬ ਦੇ ਜ਼ੁਲਮ ਤੋਂ ਬਹੁਤ ਥੱਲੇ ਸੀ। ਲੇਕਿਨ ਦੇਖੋ, ਅੰਗਰੇਜ਼ੀ 'ਚ ਅਸੀਂ ਗੁੱਡ ਬੈਟਰ ਬੈਸਟ ਕਰਦੇ, ਮੇਰੇ ਮੂੰਹ ਛੋੜ ਕੇ ਉਹ ਫਾਰਮ ਹੁੰਦੀ ਹੈ। ਗੁਰਮਤ ਦੇ ਵਿੱਚ ਵੀ ਮੂੰਹ ਮੁੱਖ ਮੁਖੜਾ, ਮੂੰਹ ਜਿੱਦਾਂ ਉਹ ਜਦੋਂ ਮੁੱਖ ਜਰਾ ਹੋਰ ਪਿਆਰ ਨਾਲ ਮੁਖੜਾ। ਸਿੰਘ ਸਾਹਿਬ ਬੈਠਿਆ, ਸ਼ਾਇਦ ਮੈਂ ਗਲਤ ਵੀ ਹੋਵਾਂ, ਔਰ ਇੱਦਾਂ ਹੀ ਪਵਿੱਤਰ ਪਵਿੱਤਰ ਵੀ ਬਹੁਤ ਵਾਰੀ ਪਵਿੱਤਰ ਕਹਿਣ ਨਾਲੋਂ ਇੱਕ ਵਾਰੀ ਪਨੀਤ ਕਹਿ ਦਿਓ। ਇੱਦਾਂ ਹੀ ਇੱਕ ਹੈ ਵੀ ਦੁਰ ਫਿਟੇ ਮੂੰਹ 100 ਵਾਰੀ ਕਹੋ ਤਾਂ ਇੱਕ ਲਾਹਣਤ ਬਣਦੀ ਹੈ। ਗੁਰੂ ਮਹਾਰਾਜ ਵੀ 100 ਵਾਰੀ ਲਾਹਣਤ ਪਾਓ ਤਾਂ ਇੱਕ ਤ੍ਰਿਗ ਬਣਦਾ ਹੈ। ਗੁਰੂ ਮਹਾਰਾਜ ਤ੍ਰਿਗ ਕਹਿੰਦੇ ਸੀ। ਮੈਂ ਕਹਿੰਦਾ ਪਰ ਦੁਰ ਫਿਟੇ ਮੂੰਹ ਇਹੋ ਜਿਹੀਆਂ ਪਾਰਟੀਆਂ ਦੀਆਂ, ਸਿੱਖਾਂ ਦੀਆਂ, ਇੱਕ BJP ਵੱਲ ਨੂੰ ਸਰੋਪਾ ਲੈ ਕੇ ਤੁਰਿਆ ਹੁੰਦਾ, ਦੂਜਾ ਕਾਂਗਰਸ ਵੱਲ ਨੂੰ ਸਰੋਪਾ ਲੈ ਕੇ ਤੁਰਿਆ ਹੁੰਦਾ। ਇਹਨਾਂ ਨੂੰ ਸ਼ਰਮ ਹੀ ਹੈ ਨਹੀਂ। ਇਹ ਕਿਹੜੇ ਗੁਰੂ ਤੇਗ ਬਹਾਦਰ ਜੀ ਦੇ ਪੈਰੋਕਾਰ ਹੈ? ਦੋਨੇ ਔਰੰਗਜ਼ੇਬਾਂ ਨੂੰ ਸਨਮਾਨਿਤ ਕਰਦਾ ਹੈ। ਉਹ ਕਿੱਥੇ ਅਸੀਂ ਖੜੇ ਆ।
ਔਰ ਭਾਈ ਸਾਹਿਬ ਜਿਸ ਤਰ੍ਹਾਂ ਆ ਕੇ ਗਏ ਆ ਉਹ ਸਾਨੂੰ ਹੀ ਘੇਰਦੇ ਆ, ਤੁਸੀਂ ਕੁਝ ਕਰਦੇ ਨਹੀਂ ਫਲਾਣੇ। ਅਸੀਂ ਤਾਂ ਜਿੰਨੇ ਜੋਗੇ ਹੈਗੇ ਕਰ ਹੀ ਰਹੇ ਆ, ਲੇਕਿਨ ਇੱਕ ਹੜ੍ਹ ਤੁਰਿਆ ਸਮੁੰਦਰ ਦੇ ਪਾਣੀ ਨੂੰ ਅਸੀਂ ਥੋੜੀਆਂ ਵੱਡਾ ਬਣਾ ਕੇ ਰੋਕਣ ਦੀ ਗੱਲ ਕਰ ਰਹੇ। ਸੋ ਭਰਾਵੋ, ਜੇ ਸੱਪ ਮਾਰਨਾ ਇਹ ਗੁਲਾਮੀ ਨੂੰ ਵੀ ਗਲੋਂ ਲਾਉਣਾ ਪਵੇਗਾ। ਇੱਕ ਵਾਰੀ ਉੱਥੇ ਸਰਨੇ ਨੇ ਸੱਦੀ ਸੀ ਵਿਸ਼ਵ ਸਿੱਖ ਕਾਨਫਰੰਸ, ਉੱਥੇ ਕਹਿੰਦੇ ਸੀ ਜਿਹੜੇ ਸਿੱਖ 12 ਚ ਕਾਲੀ ਸੂਚੀਆਂ ਬਣੀਆਂ ਉਹਨਾਂ ਦੇ ਕਾਲੀ ਸੂਚੀਆਂ ਚੋਂ ਨਾਂ ਮਿਟਾਉਣ ਲਈ ਸੁਝਾਅ ਦਿਓ। ਅਸੀਂ ਉੱਥੇ ਵੀ ਦਲ ਖਾਲਸਾ ਦੇ ਬੋਲਦੇ ਹੋਏ ਕਿਹਾ ਸੀ ਗੱਲ ਕਾਲੀਆਂ ਸੂਚੀਆਂ ਚੋਂ ਨਾਂ ਮਿਟਾਉਣ ਦੀ ਨਹੀਂ, ਗੱਲ ਕਾਲੀਆਂ ਸੂਚੀਆਂ ਬਣਦੀਆਂ ਹੀ ਕਿਉਂ ਹੈ ਇਹ ਵੀ ਗੱਲ ਕਰੋ। ਇਹਨੂੰ ਨਾ ਭੁੱਲੋ, ਆਪਣੇ ਨਿਸ਼ਾਨੇ ਨੂੰ ਨਾ ਭੁੱਲੋ। ਸੀਸ ਦਿਆ ਪਰ ਸਿਰੜ ਨਾ ਦਿਆ, ਸਿਰੜ ਨੂੰ ਨਾ ਭੁੱਲ ਜਾਇਆ ਕਰੋ। ਸੀਸ ਦੇ ਸਿਰੜ ਨੂੰ ਤੁਸੀਂ ਭੁੱਲ ਰਹੇ ਆ ਜਦੋਂ ਤੁਸੀਂ ਬਿਲਕੁਲ ਕੇਵਲ ਇੱਕ ਛੋਟੀ ਜਿਹੀ ਰਿਹਾਈ ਤਿਆਰ ਹੈ। ਮੈਂ ਸਹਿਮਤ ਹੈ, ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ, ਬਹੁਤ ਵੱਡੀ ਕੁਰਬਾਨੀ ਹੈ ਉਹਨਾਂ ਦੀ। ਅਸੀਂ ਘਰ 'ਚ ਬੈਠਾ ਇਹ ਮੈਂ ਐਕਨੋਲੇਜ ਕਰਦਾ ਹਾਂ, ਲੇਕਿਨ ਕੌਮ ਦੀ ਆਜ਼ਾਦੀ ਦੀ ਗੱਲ ਨਹੀਂ ਸਾਨੂੰ ਭੁੱਲਣੀ ਚਾਹੀਦੀ। ਜਿਹੜਾ ਸਿਰੜ ਹੈ, ਜਿਹੜੀ ਕੌਮ ਨੇ ਆਜ਼ਾਦ ਹੋਣਾ ਉਹਦੀ ਵੀ ਗੱਲ ਕਰੋ। ਜਿਸ ਤਰ੍ਹਾਂ ਰਾਜ ਕਰੇਗਾ ਖਾਲਸਾ ਦੀ ਗੱਲ ਕਰ ਰਹੇ, ਨਾਲੇ ਉਹਨਾਂ ਦੀ ਰਿਹਾਈ ਦੀ, ਕਿਉਂਕਿ ਕਾਨੂੰਨ ਅਨੁਸਾਰ ਯਤਨ ਹੈ। ਇਹ ਵੀ ਤੁਸੀਂ ਕਰਦੇ ਰਹੋ, ਕਿਉਂਕਿ ਇਸ ਸਿਸਟਮ ਦੇ ਵਿੱਚ ਅਸੀਂ ਖੇਲ ਰਹੇ ਹਾਂ। ਉਹ ਜਿਹੜਾ ਹੈ ਉਹ ਜੈਨੂਨ ਹੈ, ਲੇਕਿਨ ਜਿਹੜੀ ਮੰਜ਼ਿਲ ਹੈ ਉਹਨੂੰ ਨਹੀਂ ਸਾਨੂੰ ਭੁੱਲ ਜਾਣਾ ਚਾਹੀਦਾ। ਜਿਹੜਾ ਸਾਡਾ ਨਿਸ਼ਾਨਾ ਹੈ ਇਹ ਗੁਲਾਮੀ ਨੂੰ ਗਲੇ ਲਾਉਣ ਤੋਂ ਬਿਨਾਂ ਇਹ ਲਿਸਟਾਂ ਬਣਦੀਆਂ ਰਹਿਣੀਆਂ, ਇਹ ਧੱਕੇ ਹੁੰਦੇ ਰਹਿਣੇ ਆ, ਇੱਦਾਂ ਹੀ ਹੁੰਦਾ ਰਹਿਣਾ। ਸੋ ਉਸ ਜਿਹੜਾ ਸਿਰੜ ਹੈ, ਜਿਹੜਾ ਮੰਜ਼ਿਲ ਹੈ, ਜਿਹੜਾ ਅਸੀਂ ਕਹਿੰਦੇ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਆ, ਉਹ ਸਰਮਾਇਆ ਕਿਵੇਂ ਹੁੰਦੇ ਆ? ਇਹ ਸਰਮਾਏ ਨੂੰ ਲੈ ਕੇ ਅਸੀਂ ਮੰਜ਼ਿਲ ਤੇ ਪਹੁੰਚਣਾ ਹੁੰਦਾ ਹੈ। ਸੋ ਇਸ ਸਰਮਾਏ ਨੂੰ ਲੈ ਕੇ ਮੰਜ਼ਿਲ ਵੱਲ ਵੀ ਪਹੁੰਚੋ। ਔਰ ਜਿਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਸੀ, ਕੋਈ ਪ੍ਰੋਫੈਸਰ ਗੁਰਦਰਸ਼ਨ ਸਿੰਘ ਕਹਿ ਕੇ ਗਏ ਮੈਨੂੰ ਕੋਈ ਹੱਲ ਨਜ਼ਰ ਨਹੀਂ ਆਉਂਦਾ। ਹੱਲ ਕੌਮ ਨੂੰ ਕਈ ਵਾਰੀ ਨਜ਼ਰ ਨਹੀਂ ਆਉਂਦਾ, ਲੇਕਿਨ ਮੈਂ ਭਾਈ ਗੁਰਬਖਸ਼ ਸਿੰਘ ਨੂੰ ਇੱਕ ਹੋਰ ਬੇਨਤੀ ਕਰੂੰਗਾ। ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਭਜੰਗੀ ਨੇ ਉਸ ਤਰ੍ਹਾਂ ਕਿਹਾ ਸੀ ਨਾ, ਪੰਥ ਕੀ ਰੱਖੋਗੇ तो ग्रंथ की रहेगी नाथ, ग्रंथ पंथ ही ना रहा तो ग्रंथ को कौन पूछेगा। जे भाई साहब की शहीदी हो जाती है, गुरु ये सन्मुख शहीदी दे रहा है, गुरु महाराज नूं कह के कहन कि सानू इदां दे बसंत इदां दे अगवाइयां दे लाने से उत्ते जाके एक बारी फिर सानू दरगाह पुकार करने की लोड़ है, नहीं तो सानू बिल्कुल बसंतां दे हवाले किया होया है, असीं आप भी होए हुए हैं। सो ये भी एक जिहड़ा भाई साहब नूं मैं बेनती करूँगा। सो इत्थे जाके एक बारी फिर गुरु दे दर ते पुकार करिए, उन्हां मसंदां नूं पछाणीए। और जिहड़ा जुल्म सैना ये गुरु महाराज ने भी कलयुग जिद्दां कहंदे ना, किसी देश नाल आए सुनिए, इदां नहीं कोई कलयुग कोई है, होवे परवाना करे टिकाणा कल लखण विचार। जे किसी ना धक्का होवे और तुसी ओनू परवान कर लईए, ਇਹੋ ਹੀ ਸਭ ਤੋਂ ਵੱਡਾ ਕਲਯੁਗ ਹੈ। ਲੇਕਿਨ ਤੁਸੀਂ ਸਤਜੁਗੀ ਜੀਵ ਹੈ, ਤੁਸੀਂ ਆਏ ਆ, ਠੀਕ ਹੈ। ਜਿਹੜਾ ਧੱਕਾ ਹੋ ਰਿਹਾ ਇਸ ਧੱਕੇ ਦੇ ਖਿਲਾਫ ਬੋਲੀਏ, ਉਹਨਾਂ ਦੀ ਰਿਹਾਈ ਲਈ ਕੋਸ਼ਿਸ਼ ਕਰੀਏ, ਜੁਆਇੰਟ ਪ੍ਰੋਗਰਾਮ ਬਣਾਈਏ। ਲੇਕਿਨ ਜਿਹੜਾ ਸਾਡਾ ਮਿਸ਼ਨ ਹੈ ਉਹਨੂੰ ਵੀ ਨਾ ਭੁੱਲੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।